ਜਿਹੜੀ ਮੌਕੇ ਦੀ ਸਰਕਾਰ ਹੈ ਜੀ, ਮੈਂ ਤੇ ਕਹੂੰਗਾ ਭਾਰਤੀ ਜਨਤਾ ਪਾਰਟੀ ਇਹ ਕਿਤੇ ਨਾ ਕਿਤੇ ਇਮਾਨਦਾਰ ਸਾਡੇ ਨਾ ਦੇਸ਼ ਦੇ ਪ੍ਰਤੀ ਹੈ, ਨਾ ਸੰਵਿਧਾਨ ਦੇ ਪ੍ਰਤੀ ਹੈ, ਨਾ ਲੋਕਾਂ ਦੇ ਪ੍ਰਤੀ ਹੈ। ਇਹ ਜ਼ਮੀਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢ ਕੇ ਲੋਕਾਂ ਕੋਲੋਂ ਕਾਰਪੋਰੇਟਸ ਨੂੰ ਦੇਣਾ ਚਾਹੁੰਦੇ, ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ, ਇਦਾਂ ਲੱਗਦਾ ਹੈ। ਉਹਦੇ ਤੇ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਕਲੈਕਟਰੇਟ ਦੇ ਮਾਧਿਅਮ ਨਾਲ ਸਰਕਾਰ ਨੇ ਬੇਦਖਲ ਕਰਨ ਦੀ ਕਾਰਵਾਈ ਕੀਤੀ ਹੈ। ਅਸੀਂ ਉਹਦੀ ਲੜਾਈ ਲੜ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ। 1.5 ਸਾਲ ਤੋਂ ਜ਼ਿਆਦਾ ਹੋ ਗਿਆ, ਲੋਕ ਪਰੇਸ਼ਾਨ ਹੋ ਗਏ, ਲੋਕਾਂ ਦੀਆਂ ਲਿਮਟਾਂ ਖਤਮ ਹੋ ਗਈਆਂ। ਲੋਕਾਂ ਦੇ ਜਿਹੜੇ ਪੜ੍ਹਾਈ ਕਰ ਰਹੇ ਸੀ ਬੱਚੇ, ਉਹ ਦੂਸਰੀ ਕਿਸ਼ਤ ਉਹਨਾਂ ਨੂੰ ਬੈਂਕ ਨੇ ਜਾਰੀ ਨਹੀਂ ਕੀਤੀ ਕਿ ਵੀ ਤੁਹਾਡੀ ਜ਼ਮੀਨ ਜਿਹੜੀ ਹੁਣ ਸਰਕਾਰੀ ਹੋ ਗਈ, ਅਸੀਂ ਤੁਹਾਨੂੰ ਲੋਨ ਨਹੀਂ ਦੇ ਰਹੇ। ਇਹ ਸ਼ਰੇਆਮ ਤਾਨਾਸ਼ਾਹੀ ਹੈ ਸਰਕਾਰ ਦੀ, ਸ਼ਰੇਆਮ ਤਾਨਾਸ਼ਾਹੀ ਹੈ। ਲੋਕਤੰਤਰ ਨੂੰ ਚੈਲੰਜ ਕਰ ਰਿਹਾ ਹੈ। ਉਸ ਤੋਂ ਬਾਅਦ 10-10 ਜਗ੍ਹਾ ਅੱਗੇ ਰਜਿਸਟਰੀਆਂ ਹੋ ਗਈਆਂ। ਅਗਰ ਉਹ ਜ਼ਮੀਨ ਗਲਤ ਸੀ ਤੇ ਤਹਿਸੀਲ ਵਾਲਿਆਂ ਨੇ ਰਜਿਸਟਰੀ ਕਿਉਂ ਕੀਤੀ? ਤਹਿਸੀਲ ਵਾਲਿਆਂ ਨੇ NOC ਕਿਉਂ ਦਿੱਤੀ? ਤਹਿਸੀਲ ਵਾਲਿਆਂ ਨੇ ਰਜਿਸਟਰੀ ਦੇ ਜਿਹੜੇ ਪੈਸਾ ਕਿਉਂ ਲਿਆ, ਉਹਦਾ ਜਿਹੜਾ ਚਾਰਜ ਹੁੰਦਾ ਉਹ ਕਿਉਂ ਲਿਆ? ਸਟਾਂਪ ਡਿਊਟੀ ਕਿਉਂ ਲਈ ਉਹਨਾਂ ਨੇ? ਇਹਦੇ 'ਚ ਤੇ ਸਰਕਾਰ ਨੂੰ ਉਲਟਾ ਮੁਆਵਜ਼ਾ ਦੇਣਾ ਚਾਹੀਦਾ ਹੈ ਲੋਕਾਂ ਨੂੰ, ਜਿੰਨਾ ਇਹਨਾਂ ਨੇ ਨੁਕਸਾਨ ਕਰ ਦਿੱਤਾ। ਬਿਲਕੁਲ 100% ਪਏਗਾ। ਜਿਹੜੀ ਸਾਜ਼ਿਸ਼ ਹੈ ਇਹ ਸਾਰੇ ਪ੍ਰਦੇਸ਼ 'ਚ ਦੱਸੀ ਜਾਊਗੀ, ਲੋਕਾਂ ਨੂੰ ਦੱਸੀ ਜਾਊਗੀ ਕਿ ਇਹ ਜਿਹੜੀ ਪਾਰਟੀ ਇਹਦੀ ਨੀਅਤ ਠੀਕ ਨਹੀਂ ਹੈ। ਇਹਦੇ ਜਿਹੜੇ ਨੁਮਾਇੰਦਗੀ ਕਰਦੇ ਨੇ ਸਾਡੇ ਖੇਤਰ 'ਚ ਵੀ ਕੈਬਨਿਟ ਮੰਤਰੀ, ਉਹਨਾਂ ਦੀ ਵੀ ਇਸ ਮਾਮਲੇ 'ਚ ਭੂਮਿਕਾ ਬਹੁਤ ਸੰਦਿਗਧ ਆ। ਅਸੀਂ ਵੇਖ ਰਹੇ ਹਾਂ ਕਿਤੇ ਕਰੋਨਾ ਕਾਲ ਚੱਲ ਰਿਹਾ, ਥੋੜ੍ਹਾ ਜਿਹਾ ਸਾਨੂੰ ਵੇਖਣਾ ਪੈ ਰਿਹਾ, ਅੰਦੋਲਨ ਚੱਲ ਰਿਹਾ ਕਿਸਾਨਾਂ ਦਾ। ਸਰਕਾਰ ਦੀ ਇੱਟ ਨਾਲ ਇੱਟ ਵਜਾ ਦਾਂਗੇ। ਇਹਨਾਂ ਮੰਤਰੀਆਂ ਨੂੰ ਸੌਣ ਨਹੀਂ ਦੇਵਾਂਗੇ ਰਾਤ ਨੂੰ, ਇਹਨਾਂ ਅਧਿਕਾਰੀਆਂ ਨੂੰ ਨੀਂਦ ਨਹੀਂ ਆਏਗੀ, ਕਿਉਂਕਿ ਜਦੋਂ ਅਸੀਂ ਬਰਬਾਦ ਹੁੰਦੇ ਹੋਵਾਂਗੇ ਤਾਂ ਇਹਨਾਂ ਨੂੰ ਚੈਨ ਨਾਲ ਰਹਿਣ ਦੇਵਾਂਗੇ ਕੀ ਗੱਲ? ਸਾਡਾ ਅਸਤਿਤਵ ਹੈ, ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਸਾਨੂੰ, ਤੇ ਆਪਾਂ ਆਪਦੀਆਂ ਜ਼ਮੀਨਾਂ ਤਾਂ ਹੀ ਬਚਣਗੀਆਂ। ਪਹਿਲਾਂ ਆਪਾਂ ਆਪਣੀਆਂ ਜ਼ਮੀਰਾਂ ਨੂੰ ਜਿਹੜਾ ਖਰਾ ਕਰ ਲਈਏ। ਇਹਨਾਂ ਵੱਡੇ ਨੇਤਿਆਂ ਦੇ ਹੱਥ ਜੋੜਨੇ, ਇਹਨਾਂ ਵੱਡੇ ਨੇਤਿਆਂ ਦੇ ਪੈਰ ਫੜਨੇ ਛੱਡ ਕੇ ਇਹਨਾਂ ਤੋਂ ਆਪਦੇ ਅਧਿਕਾਰ ਮੰਗਣੇ ਸ਼ੁਰੂ ਕਰੀਏ। ਅਵਲਾ ਸਿੱਖ ਸੰਗਤ ਨਿਊਜ਼ ਦੇ ਵਿੱਚ ਫੇਰ ਤੁਹਾਡੇ ਨਾਲ ਲਾਈਵ ਹੈਗਾ ਆ। ਬਿਲਕੁਲ ਰੁਦਰਪੁਰ ਤੋਂ ਸਿੱਧੀਆਂ ਤਸਵੀਰਾਂ ਇਸ ਵੇਲੇ ਲੈ ਕੇ ਹਾਜ਼ਰ ਹੋਏ ਆ। ਕਿਸਾਨ ਨੇਤਾ ਜਗਤਾਰ ਸਿੰਘ ਬਾਜਵਾ ਜਿਹੜੇ ਕਿਸੇ ਪਰਿਚੇ ਦੇ ਮੁਹਤਾਜ ਨਹੀਂ ਹੈਗੇ, ਗਾਜੀਪੁਰ ਦਾ ਜਿਹੜਾ ਬਾਰਡਰ ਲੱਗਿਆ, ਇੱਥੇ ਦੇ ਕਿਸਾਨਾਂ ਦੀ ਰਹਿਨੁਮਾਈ ਕਰ ਰਹੇ ਨੇ। ਸੋ ਅੱਜ ਰੁਦਰਪੁਰ ਦੇ ਗਾਂਧੀ ਪਾਰਕ ਦੇ ਵਿੱਚ ਧਰਨੇ ਤੇ ਬੈਠੇ ਨੇ। ਆਖਰ ਕਾਰਨ ਕੀ ਹੈ, ਸਾਰੀ ਜਾਣਕਾਰੀ ਇਹਨਾਂ ਤੋਂ ਲਵਾਂਗੇ। ਬਾਜਪੁਰ ਦਾ ਜਿਹੜਾ ਜ਼ਮੀਨੀ ਮਸਲਾ ਹੈਗਾ ਆ, ਜਿਹੜਾ ਬੜੇ ਵੱਡੇ ਪੱਧਰ ਤੇ ਹੈਗਾ ਆ, ਸੋ ਉਹਨੂੰ ਲੈ ਕੇ ਅੱਜ ਇੱਕ ਦਿਨ ਦੇ ਉਪਵਾਸ ਤੇ ਬੈਠੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਲਾਈਵ ਤਸਵੀਰਾਂ ਹੈਗੀਆਂ, ਜ਼ਿਆਦਾ ਤੁਸੀਂ ਇਹਨੂੰ ਸ਼ੇਅਰ ਕਰਿਓ ਜੀ। ਬਾਜਵਾ ਸਾਹਿਬ ਜੀ, ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰਦੇ ਹਾਂ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਸਾਡੇ ਨਾਲ ਲਾਈਵ ਜੁੜੀ ਹੋਈ ਹੈ, ਬਹੁਤ ਦੂਰ ਤੱਕ, ਦੇਸ਼ਾਂ ਵਿਦੇਸ਼ਾਂ ਤੱਕ ਇਹ ਤਸਵੀਰਾਂ ਜਾ ਰਹੀਆਂ ਨੇ। ਕਿ ਕਿਸ ਚੀਜ਼ ਨੂੰ ਲੈ ਕੇ ਅੱਜ ਤੁਹਾਡਾ ਧਰਨਾ ਹੈਗਾ ਆ? ਦੇਖੋ ਜੀ, ਬਾਜਪੁਰ ਦੇ 20 ਪਿੰਡਾਂ ਦੀ ਲਗਭਗ 6000 ਏਕੜ ਜ਼ਮੀਨ ਤੋਂ ਲੋਕਾਂ ਨੂੰ ਬੇਦਖਲ ਕਰਨ ਦੀ ਕਾਰਵਾਈ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ। ਔਰ ਜੋ ਕਿ ਬੜੀ ਦੁਰਭਾਗਿਆਪੂਰਨ ਗੱਲ ਹੈ ਕਿ 1970 ਤੋਂ ਪਹਿਲਾਂ ਦੇ ਉਹਨਾਂ ਦੇ ਕੋਲ ਭੂਮੀਧਰੀ ਅਧਿਕਾਰ ਨੇ। ਉਹ ਅਧਿਕਾਰ ਨੇ ਕਿ ਜਿਹੜੇ ਭੂਮੀ ਦੀ ਜਿਹੜੀ ਕੈਟੇਗਰੀਜ਼ ਹੁੰਦੀਆਂ, ਉਹ 'ਚੋਂ ਸਭ ਤੋਂ ਉੱਪਰਲੀ ਕੈਟੇਗਰੀ ਵਰਗ 1 ਕਹਿ ਦੀਆਂ ਜ਼ਮੀਨਾਂ ਨੇ। ਕੋਈ ਵੀ ਇਹੋ ਜਿਹਾ ਉਹਦੇ 'ਚ ਨਹੀਂ ਹੈ ਕਿ ਕੋਈ ਦੂਜੇ ਵਰਗ ਦੀ ਹੋਵੇ ਜਿਹਦੇ 'ਚ ਕੀ ਸ਼ੰਕਾ ਕੀਤੀ ਜਾ ਸਕੇ। ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ, ਉੱਤਰਾਖੰਡ ਦੇ ਵਿੱਚ ਜ਼ਮੀਨੀ ਮਸਲੇ ਬਹੁਤ ਵੱਡੇ, ਜਿਵੇਂ ਖੱਟੀਮਾਂ ਦੇ ਵਿੱਚ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ, ਆਪਣੇ ਚੈਨਲ ਤੇ ਬਹੁਤ ਵੱਡਾ ਕਵਰ ਕੀਤਾ ਸੀਗਾ, ਉਹਦਾ ਅਸਰ ਵੀ ਹੋਇਆ ਸੀ। ਫਿਰ ਬਾਜਪੁਰ ਦਾ ਮਸਲਾ ਆ ਜਾਂਦਾ, ਯੂਪੀ ਦੇ ਵਿੱਚ ਵੀ ਜ਼ਮੀਨਾਂ ਦਾ ਮਸਲਾ ਹੈਗਾ ਆ। ਕੀ ਸਰਕਾਰਾਂ ਦੀ ਮਤਲਬ ਕੀ ਮਨਸ਼ਾ ਕੀ ਹੈਗੀ, ਕਾਰਨ ਕੀ ਲੱਗਦਾ ਹੈ ਤੁਹਾਨੂੰ? ਇਹ ਜਿਹੜੀ ਮੌਕੇ ਦੀ ਸਰਕਾਰ ਹੈ ਜੀ, ਮੈਂ ਤੇ ਕਹੂੰਗਾ ਭਾਰਤੀ ਜਨਤਾ ਪਾਰਟੀ ਇਹ ਕਿਤੇ ਨਾ ਕਿਤੇ ਇਮਾਨਦਾਰ ਸਾਡੇ ਨਾ ਦੇਸ਼ ਦੇ ਪ੍ਰਤੀ ਹੈ, ਨਾ ਸੰਵਿਧਾਨ ਦੇ ਪ੍ਰਤੀ ਹੈ, ਨਾ ਲੋਕਾਂ ਦੇ ਪ੍ਰਤੀ ਹੈ। ਕਿਉਂਕਿ ਜਿਹੜਾ ਸੰਵਿਧਾਨਿਕ ਅਧਿਕਾਰ ਜਿਹੜੇ ਮਿਲੇ ਹੁਣ ਉਹਨਾਂ ਦਾ ਹਨਨ ਇਹ ਕਰਦੇ ਆ। ਇਹ ਜ਼ਮੀਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢ ਕੇ ਲੋਕਾਂ ਕੋਲੋਂ ਕਾਰਪੋਰੇਟਸ ਨੂੰ ਦੇਣਾ ਚਾਹੁੰਦੇ, ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ, ਇਦਾਂ ਲੱਗਦਾ ਹੈ। ਉਸੇ ਰਾਹ 'ਤੇ ਚੱਲਦਿਆਂ ਹੋਏ ਇਹਨਾਂ ਨੇ ਬਾਜਪੁਰ ਦੀ ਜਿਹੜੀ 20 ਪਿੰਡਾਂ ਦੀ ਜ਼ਮੀਨ ਹੈ 6000 ਏਕੜ, ਉਹਦੇ ਤੇ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਕਲੈਕਟਰੇਟ ਦੇ ਮਾਧਿਅਮ ਨਾਲ ਸਰਕਾਰ ਨੇ ਬੇਦਖਲ ਕਰਨ ਦੀ ਕਾਰਵਾਈ ਕੀਤੀ ਹੈ। ਅਸੀਂ ਉਹਦੀ ਲੜਾਈ ਲੜ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ। 1 ਜੂਨ ਲਾਸਟ ਈਅਰ ਅਸੀਂ ਇਹ ਬਾਜਪੁਰ ਬਚਾਓ ਮੁਹਿੰਮ ਸ਼ੁਰੂ ਕੀਤੀ ਸੀ, ਉਹਦੇ ਬਹੁਤ ਅੰਦੋਲਨ ਅਸੀਂ ਕੀਤੇ। ਅੱਛਾ, 1 ਜੂਨ ਯਾਨੀ ਕਿ ਅੱਜ ਵੀ 1 ਜੂਨ ਹੈਗੀ ਹੈ, ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 1 ਸਾਲ ਪੂਰਾ ਹੋਇਆ ਉਹਨੂੰ ਯਾਦਗਾਰੀ ਸਮਰਪਿਤ ਤੁਸੀਂ ਇਹ ਧਰਨੇ ਤੇ ਬੈਠੇ ਹੋ। ਬਿਲਕੁਲ, ਅਸੀਂ ਅੱਜ ਇਸ ਕਰਕੇ ਕਿ ਸਰਕਾਰ ਨੂੰ ਚੇਤਾ ਕਰਾਉਣ ਵਾਸਤੇ
ਕਿਉਂਕਿ ਵਿੱਚ ਆ ਕੁਝ ਕਿਸਾਨ ਅੰਦੋਲਨ ਆਉਣ ਕਰਕੇ ਸਾਡੀ ਬਾਜਪੁਰ ਦੀ ਜਿਹੜੀ ਲੜਾਈ ਸੀ ਅਸੀਂ ਉਹਨੂੰ ਪਿੱਛੇ ਕੀਤਾ, ਕਿਉਂਕਿ ਵੱਡੀ ਲੜਾਈ ਸੀ ਕਿਸਾਨ ਅੰਦੋਲਨ, ਤੇ ਅਸੀਂ ਉਹਦੇ ਤੇ ਜ਼ਿਆਦਾ ਫੋਕਸ ਕੀਤਾ। ਤੇ ਹੁਣ ਆ 1 ਸਾਲ ਪੂਰਾ ਹੋ ਗਿਆ ਤੇ ਅਸੀਂ ਇਹਨਾਂ ਨੂੰ ਚੇਤਾ ਕਰਾਉਣ ਆਏ ਆ ਕਿ ਤੁਸੀਂ ਇਹ ਨਾ ਸਮਝੋ ਕਿ ਕਿਸਾਨ ਭੁੱਲ ਗਏ ਆ। ਨਹੀਂ, ਤੁਸੀਂ ਲੰਮੇ ਸਮੇਂ ਤੋਂ ਇਹ ਲੜਾਈ ਲੜ ਰਹੇ ਹੋ, ਤੁਹਾਨੂੰ ਕੀ ਲੱਗਦਾ ਕੋਈ ਕੰਨਾਂ ਦੇ ਵਿੱਚ ਜੂਸ ਸਰਕੀ ਹੈ ਸਰਕਾਰਾਂ ਦੇ ਵਿੱਚ? ਆਸ਼ਵਾਸਨ ਦਿੱਤਾ ਗਿਆ ਸੀ ਕਿ ਜਿੱਦਾਂ ਬਾਜਪੁਰ ਦੇ ਵਿੱਚ ਬਹੁਤ ਵੱਡੇ ਰੋਸ ਮੁਜ਼ਾਹਰੇ ਹੋਏ ਨੇ, ਕੁਝ ਵਿੱਚੋਂ ਆਸ਼ਵਾਸਨ ਮਿਲਿਆ ਸੀ ਸ਼ਾਇਦ ਮੰਤਰੀ ਦੇ ਥਰੂ ਜਾਂ ਕਿਸੇ ਥਰੂ ਕਿ ਇਹਦੀ ਸੁਣਵਾਈ ਇਹਦੇ ਮਤਲਬ ਬੜੀ ਜਲਦੀ ਇਹਦਾ ਸੋਲੂਸ਼ਨ ਹੋਏਗਾ, ਤੇ ਅਜੇ ਤੱਕ ਕੁਝ ਹੋਇਆ? ਇਹ ਤੇ ਜੀ ਮੁੱਖ ਮੰਤਰੀਆਂ ਨੇ ਆਸ਼ਵਾਸਨ ਦਿੱਤਾ, ਮੰਤਰੀਆਂ ਨੇ ਆਸ਼ਵਾਸਨ ਦਿੱਤਾ, ਉਸ ਤੋਂ ਬਾਅਦ ਹੁਣ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਆਸ਼ਵਾਸਨ ਦਿੱਤਾ। ਅਸੀਂ ਉਹੀ ਤੇ ਕਹਿਣ ਆਏ ਆ ਕਿ ਤੁਹਾਡੇ ਆਸ਼ਵਾਸਨ ਹੀ ਰਹਿਣੇ ਆ ਜਾਂ ਤੁਸੀਂ ਕਰੋਗੇ ਵੀ ਕੁਝ। ਅਸੀਂ ਇਹੀ ਯਾਦ ਦਿਵਾਉਣ ਆਏ ਆ ਕਿ ਇੱਕ ਡੀਐਮ ਦੇ ਆਦੇਸ਼ ਨੂੰ ਤੁਸੀਂ 1.5 ਸਾਲ ਤੋਂ ਜ਼ਿਆਦਾ ਹੋ ਗਿਆ, ਲੋਕ ਪਰੇਸ਼ਾਨ ਹੋ ਗਏ, ਲੋਕਾਂ ਦੀਆਂ ਲਿਮਟਾਂ ਖਤਮ ਹੋ ਗਈਆਂ, ਲੋਕਾਂ ਦੇ ਜਿਹੜੇ ਪੜ੍ਹਾਈ ਕਰ ਰਹੇ ਸੀ ਬੱਚੇ ਉਹ ਦੂਸਰੀ ਕਿਸ਼ਤ ਉਹਨਾਂ ਨੂੰ ਬੈਂਕ ਨੇ ਜਾਰੀ ਨਹੀਂ ਕੀਤੀ ਕਿ ਵੀ ਤੁਹਾਡੀ ਜ਼ਮੀਨ ਜਿਹੜੀ ਹੁਣ ਸਰਕਾਰੀ ਹੋ ਗਈ, ਅਸੀਂ ਤੁਹਾਨੂੰ ਲੋਨ ਨਹੀਂ ਦੇ ਰਹੇ। ਕਿੱਦਾਂ ਲੋਕ ਟਾਈਮ ਪਾਸ ਕਰ ਰਹੇ ਹੋਣਗੇ ਜਿਹੜੇ ਇੱਕ ਘਰ 'ਚ ਰਹਿ ਰਹੇ ਆ, ਉਹਨਾਂ ਦਾ ਘਰ ਜਿਹੜਾ ਉਹਨਾਂ ਨੇ ਬੈਂਕ 'ਚ ਗਿਰਵੀ ਰੱਖ ਕੇ ਆਪਦਾ ਅੱਗੇ ਕੰਮ ਕਰਨਾ ਸੀ, ਉਹ ਬੈਂਕਾਂ ਕੁਝ ਨਹੀਂ ਦੇ ਰਹੀਆਂ। ਨਹੀਂ, ਅਸੀਂ ਵੇਖਿਆ ਕਿ ਉਹ ਜਿਹੜੀ ਜ਼ਮੀਨਾਂ ਹੈਗੀਆਂ ਉਹ ਕਈ ਵਾਰੀ ਅੱਗੇ ਸੇਲ ਆਊਟ ਹੋ ਚੁੱਕੀਆਂ ਨੇ, ਵੱਡੀ ਕੋਠੀਆਂ ਬਣੀਆਂ ਹੋਈਆਂ ਨੇ, ਬਹੁਤ ਵੱਡੇ ਪੱਧਰ ਤੇ ਆਪਾਂ ਨਿਰਮਾਣਾਧੀਨ ਹੈਗਾ ਆ, ਸਾਰੇ ਕਾਬਜ਼ ਹੈਗਾ, ਤੇ ਉਹਦੇ ਬਾਵਜੂਦ ਇਸ ਤਰ੍ਹਾਂ ਦਾ ਕਾਨੂੰਨ ਆ ਜਾਣਾ ਕਿ ਤੁਹਾਨੂੰ ਬੇਦਖਲ ਕੀਤਾ ਜਾ ਰਿਹਾ, ਤੁਹਾਡੀ ਜਿਹੜੇ ਵੀ ਪ੍ਰੋਸੈਸ ਹੁੰਦੇ ਆ ਉਹਨਾਂ ਤੇ ਸਾਰੇ ਇੱਕ ਤਰ੍ਹਾਂ ਦਾ ਖਰੀਦ ਫਰੋਖਤ ਤੇ ਬੰਦਿਸ਼ ਲੱਗ ਚੁੱਕੀ। ਤੇ ਆਖਰ ਐਸਾ ਹੋਇਆ ਕਿਉਂ? ਘੱਟ ਸ਼ਬਦਾਂ ਤੁਸੀਂ ਦੱਸ ਸਕਦੇ? ਇਹ ਸ਼ਰੇਆਮ ਤਾਨਾਸ਼ਾਹੀ ਹੈ ਸਰਕਾਰ ਦੀ, ਸ਼ਰੇਆਮ ਤਾਨਾਸ਼ਾਹੀ ਹੈ, ਲੋਕਤੰਤਰ ਨੂੰ ਚੈਲੰਜ ਕਰ ਰਿਹਾ ਇਹ ਕਿ 1970 ਤੋਂ ਪਹਿਲਾਂ ਦੇ ਉਹਨਾਂ ਦੇ ਕੋਲ ਕਾਗਜ਼ ਹੈਗੇ। ਹਾਂਜੀ, ਸਾਰੇ ਉਹਨਾਂ ਕੋਲ ਕਾਗਜ਼ ਮੌਜੂਦ ਹੈਗੇ। ਹਾਂਜੀ, ਮੌਜੂਦ ਨੇ। ਉਸ ਤੋਂ ਬਾਅਦ 10-10 ਜਗ੍ਹਾ ਅੱਗੇ ਰਜਿਸਟਰੀਆਂ ਹੋ ਗਈਆਂ। ਅਗਰ ਉਹ ਜ਼ਮੀਨ ਗਲਤ ਸੀ ਤੇ ਤਹਿਸੀਲ ਵਾਲਿਆਂ ਨੇ ਰਜਿਸਟਰੀ ਕਿਉਂ ਕੀਤੀ? ਤਹਿਸੀਲ ਵਾਲਿਆਂ ਨੇ ਐਨਓਸੀ ਕਿਉਂ ਦਿੱਤੀ? ਤਹਿਸੀਲ ਵਾਲਿਆਂ ਨੇ ਰਜਿਸਟਰੀ ਦੇ ਜਿਹੜੇ ਪੈਸਾ ਕਿਉਂ ਲਿਆ, ਉਹਦਾ ਜਿਹੜਾ ਚਾਰਜ ਹੁੰਦਾ ਉਹ ਕਿਉਂ ਲਿਆ? ਸਟਾਂਪ ਡਿਊਟੀ ਕਿਉਂ ਲਈ ਉਹਨਾਂ ਨੇ? ਇਹਦੇ 'ਚ ਤੇ ਸਰਕਾਰ ਨੂੰ ਉਲਟਾ ਮੁਆਵਜ਼ਾ ਦੇਣਾ ਚਾਹੀਦਾ ਹੈ ਲੋਕਾਂ ਨੂੰ ਜਿੰਨਾ ਇਹਨਾਂ ਨੇ ਨੁਕਸਾਨ ਕਰ ਦਿੱਤਾ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹ ਨਾ ਸੋਚਣ ਕਿ ਛੱਡ ਦਾਂਗੇ, ਇਹ ਸਾਡੇ ਅਸਤਿਤਵ ਦੀ ਲੜਾਈ ਹੈ, ਇਹਨੂੰ ਆਰ-ਪਾਰ ਦੀ ਲੜਾਈ। ਹੁਣ ਅੱਗੇ ਚੋਣਾਂ ਵੀ ਬਹੁਤ ਜਲਦੀ ਆਉਣ ਵਾਲੀਆਂ ਨੇ ਆਪਣੇ ਉੱਤਰਾਖੰਡ ਵਿਧਾਨ ਸਭਾ ਦੀਆਂ, ਤੁਹਾਨੂੰ ਕੀ ਲੱਗਦਾ ਹੈ ਇਹਦਾ ਅਸਰ ਉਹਨਾਂ ਤੇ ਪਏਗਾ? ਬਿਲਕੁਲ ਪਏਗਾ, ਬਿਲਕੁਲ 100% ਪਏਗਾ। ਜਿਹੜੀ ਸਾਜ਼ਿਸ਼ ਹੈ ਇਹ ਸਾਰੇ ਪ੍ਰਦੇਸ਼ 'ਚ ਦੱਸੀ ਜਾਊਗੀ, ਲੋਕਾਂ ਨੂੰ ਦੱਸੀ ਜਾਊਗੀ ਕਿ ਇਹ ਜਿਹੜੀ ਪਾਰਟੀ ਇਹਦੀ ਨੀਅਤ ਠੀਕ ਨਹੀਂ ਹੈ। ਇਹਦੇ ਜਿਹੜੇ ਨੁਮਾਇੰਦਗੀ ਕਰਦੇ ਨੇ ਸਾਡੇ ਖੇਤਰ 'ਚ ਵੀ ਕੈਬਨਿਟ ਮੰਤਰੀ, ਉਹਨਾਂ ਦੀ ਵੀ ਇਸ ਮਾਮਲੇ 'ਚ ਭੂਮਿਕਾ ਬਹੁਤ ਸੰਦਿਗਧ ਆ। ਉਹ ਕਿਤੇ ਨਾ ਕਿਤੇ ਸਰਕਾਰ ਦੀ ਸਾਜ਼ਿਸ਼ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਨੇ, ਉਹਨਾਂ ਦੀ ਨੌਲੇਜ 'ਚ ਸਾਰਾ ਕੰਮ ਹੋਇਆ। ਤੇ ਇਹ ਜਿਹੜੇ ਬਾਜਪੁਰ ਦੇ ਭੋਲੇ ਭਾਲੇ ਲੋਕ ਹੈ ਨਾ, ਇਹ ਉਹਨਾਂ ਨੂੰ ਠੱਗਣ ਦੀ ਚਾਲ ਹੈ, ਉਹਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਅਗਲੀ ਰਣਨੀਤੀ ਤੁਹਾਡੀ ਕੀ ਹੈਗੀ ਹੈ? ਰੂਪਰੇਖਾ ਕੀ ਤਿਆਰ ਕੀਤੀ ਹੋਈ ਹੈ? ਕਿਉਂਕਿ ਸਰਕਾਰਾਂ ਤਾਂ ਨਹੀਂ ਲੱਗਦੀਆਂ ਕਿ ਜਿਸ ਤਰ੍ਹਾਂ ਦੇ ਤੁਸੀਂ 1 ਸਾਲ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਬਾਜਪੁਰ ਮੁਹਿੰਮ ਤੁਸੀਂ ਚਲਾਈ ਹੋਈ ਹੈ ਤੇ ਕੋਈ ਅਸਰ ਪਿਆ, ਤੇ ਅਗਲੀ ਫਿਰ ਰਣਨੀਤੀ ਤੁਹਾਡੀ? ਇੱਕ ਹੀ ਰਣਨੀਤੀ ਹੈ ਜੀ, ਸਬਰ ਦਾ ਇਮਤਿਹਾਨ ਹੁੰਦਾ। ਅਸੀਂ ਵੇਖ ਰਹੇ ਹਾਂ ਕਿਤੇ ਕਰੋਨਾ ਕਾਲ ਚੱਲ ਰਿਹਾ, ਥੋੜਾ ਜਿਹਾ ਸਾਨੂੰ ਵੇਖਣਾ ਪੈ ਰਿਹਾ, ਅੰਦੋਲਨ ਚੱਲ ਰਿਹਾ ਕਿਸਾਨਾਂ ਦਾ। ਸਰਕਾਰ ਦੀ ਇੱਟ ਨਾਲ ਇੱਟ ਵਜਾ ਦਾਂਗੇ, ਇਹਨਾਂ ਮੰਤਰੀਆਂ ਨੂੰ ਸੌਣ ਨਹੀਂ ਦੇਵਾਂਗੇ ਰਾਤ ਨੂੰ, ਇਹਨਾਂ ਅਧਿਕਾਰੀਆਂ ਨੂੰ ਨੀਂਦ ਨਹੀਂ ਆਏਗੀ, ਕਿਉਂਕਿ ਜਦੋਂ ਅਸੀਂ ਬਰਬਾਦ ਹੁੰਦੇ ਹੋਵਾਂਗੇ ਤਾਂ ਇਹਨਾਂ ਨੂੰ ਚੈਨ ਨਾਲ ਰਹਿਣ ਦੇਵਾਂਗੇ ਕੀ ਗੱਲ? ਸਾਡਾ ਅਸਤਿਤਵ ਹੈ, ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਸਾਨੂੰ ਜ਼ਮੀਨ, ਇਹਨੂੰ ਜਾਣ ਦੇਵਾਂਗੇ। ਲਗਭਗ ਕਿੰਨੀ ਜ਼ਮੀਨ ਹੈਗੀ ਹੈ? 5838 ਏਕੜ ਜ਼ਮੀਨ ਹੈ। 6000 ਦੇ ਕਰੀਬ। ਹਾਂਜੀ। ਕਿੰਨੇ ਪਿੰਡ ਇਹਦੇ ਤੋਂ ਪ੍ਰਭਾਵਿਤ ਹੋ ਰਹੇ? 20 ਪਿੰਡ ਪ੍ਰਭਾਵਿਤ ਹੋ ਰਹੇ ਜੀ। 20 ਪਿੰਡ ਪ੍ਰਭਾਵਿਤ। ਕਿ ਬਾਜਪੁਰ ਸ਼ਹਿਰ ਨੂੰ ਵੀ ਕੋਈ ਫਰਕ ਪੈ ਰਿਹਾ? ਹਾਂਜੀ, ਸ਼ਹਿਰ ਦੇ 3 ਵਾਰਡ ਆ ਰਹੇ ਆ ਉਹਦੇ ਵਿੱਚ, ਸ਼ਹਿਰ ਦੇ ਵੀ 3 ਵਾਰਡ ਉਹਦੇ ਵਿੱਚ ਪ੍ਰਭਾਵਿਤ ਹੋ ਰਹੇ ਆ। ਬਹੁਤ ਵੱਡਾ ਆਬਾਦੀ ਖੇਤਰ ਪ੍ਰਭਾਵਿਤ ਹੋ ਰਿਹਾ। ਇਹ ਤੇ ਸਰਕਾਰ ਨੂੰ ਸਮਝਣਾ ਚਾਹੀਦਾ ਨਾ। ਸੋ ਜਾਂਦੇ ਭਾਈ ਸਾਹਿਬ ਜੀ ਕੋਈ ਮੈਸੇਜ ਦੇਣਾ ਚਾਹੋਗੇ? ਇੱਕ ਹੀ ਮੈਸੇਜ ਹੈ ਵੀਰੋ, ਜ਼ੋਰ ਜੁਰਮ ਦੇ ਅੱਗੇ ਖੜੇ ਹੋ ਜਾਓ ਯਾਰ। ਇਹਨਾਂ ਸਰਕਾਰਾਂ ਦੇ ਨਾਲ ਆਪਣਾ ਪਿਛੋਕੜ ਰਿਹਾ ਕਿ ਜਿੰਨਾ ਚਿਰ ਤੱਕ ਆਪਾਂ ਸਿੱਧੇ ਨਹੀਂ ਹੋਏ ਉਹਨਾਂ ਚਿਰ ਤੱਕ ਇਹ ਸਿੱਧੀਆਂ ਨਹੀਂ ਹੋਈਆਂ ਸਰਕਾਰਾਂ। ਤੇ ਆਪਾਂ ਆਪਦੀਆਂ ਜ਼ਮੀਨਾਂ ਤਾਂ ਹੀ ਬਚਣਗੀਆਂ, ਪਹਿਲਾਂ ਆਪਾਂ ਆਪਣੀਆਂ ਜ਼ਮੀਰਾਂ ਨੂੰ ਜਿਹੜਾ ਖਰਾ ਕਰ ਲਈਏ। ਇਹਨਾਂ ਵੱਡੇ ਨੇਤਿਆਂ ਦੇ ਹੱਥ ਜੋੜਨੇ, ਇਹਨਾਂ ਵੱਡੇ ਨੇਤਿਆਂ ਦੇ ਪੈਰ ਫੜਨੇ ਛੱਡ ਕੇ ਇਹਨਾਂ ਤੋਂ ਆਪਦੇ ਅਧਿਕਾਰ ਮੰਗਣੇ ਸ਼ੁਰੂ ਕਰੀਏ। ਆਪਣੀਆਂ ਵੋਟ ਨਾਲ ਇਹ ਬਣਦੇ ਆ ਯਾਰ, ਇਹਨਾਂ ਦੇ ਨਾਲ ਆਪਾਂ ਨਹੀਂ ਬਣਦੇ। ਇਹ ਮੇਰੇ ਵੀਰੋ, ਮੇਰੇ ਭਰਾਓ, ਜਾਗ ਜਾਓ। ਆਪਾਂ ਤਾਂ ਹੀ ਬਚਾਂਗੇ, ਨਹੀਂ ਤੇ ਆਪਾਂ ਨੂੰ ਹੌਲੀ ਇਦਾਂ ਖਾ ਜਾਣਗੇ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਤੁਸੀਂ ਲਾਈਵ ਜੁੜੇ ਹੋਏ ਸੀ ਸਾਡੇ ਨਾਲ। ਕਿਸਾਨ ਨੇਤਾ ਸਰਦਾਰ ਜਗਤਾਰ ਸਿੰਘ ਬਾਜਵਾ ਮੁਖਾਤਬ ਹੈਗੇ ਸੀ, ਕਿਸੇ ਪਰਿਚੇ ਦੇ ਮੁਹਤਾਜ ਨਹੀਂ ਹੈਗੇ। ਕਿਸਾਨ ਅੰਦੋਲਨ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਹਨਾਂ ਦਾ ਜਿਹੜਾ ਨਾਮ ਉੱਭਰ ਕੇ ਸਾਹਮਣੇ ਆਇਆ, ਭਾਵੇਂ ਕਈ ਇਹਨਾਂ ਤੇ ਰਿਪੋਰਟਾਂ ਵੀ ਦਰਜ ਹੋਈਆਂ ਨੇ ਬਹੁਤ ਵੱਡੀਆਂ, ਲੇਕਿਨ ਉਹਦੇ ਬਾਵਜੂਦ ਇਹ ਡਟੇ ਹੋਏ ਨੇ ਕਿਸਾਨਾਂ ਦੀ ਆਵਾਜ਼ ਨੂੰ ਲੈ ਕੇ। ਸੋ ਅੱਜ ਫਿਰ ਇੱਥੇ ਧਰਨੇ ਤੇ ਬੈਠੇ ਨੇ। ਬਾਜਪੁਰ ਦੀ ਮੁਹਿੰਮ ਜਿਹੜੀ 6000 ਏਕੜ ਜ਼ਮੀਨ ਦਾ ਮਸਲਾ ਹੈਗਾ ਆ, ਉਹਨੂੰ ਲੈ ਕੇ ਅੱਜ ਧਰਨੇ ਤੇ ਬੈਠੇ ਨੇ। ਸੋ ਸਿੱਧਾ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਸਰਕਾਰਾਂ ਨੂੰ ਕਿ ਕਰੋਨਾ ਕਾਲ ਹੋਣ ਕਰਕੇ ਕਿਸਾਨ ਸ਼ਾਂਤ ਬੈਠੇ ਨੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਦਾ ਮਸਲਾ ਹੱਲ ਨਹੀਂ ਹੁੰਦਾ
ਤੇ ਚੋਣਾਂ ਤੇ ਵੀ ਬਹੁਤ ਵੱਡਾ ਅਸਰ ਦੇਖਣ ਨੂੰ ਮਿਲੇਗਾ। ਅਸੀਂ ਬਾਜਪੁਰ ਦੇ ਮਸਲੇ ਨੂੰ ਪੂਰੇ ਤਰੀਕੇ ਨਾਲ ਹੁਣ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਜਾਵਾਂਗੇ, ਕਿਸਾਨਾਂ ਦਾ ਦਰਦ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਦਿਖਾਉਣ ਦੀ ਅਸੀਂ ਪੂਰੀ ਹੁਣ ਤਿਆਰੀ ਕਰਨੀ ਹੈ। ਬਸ ਥੋੜ੍ਹਾ ਜਿਹਾ ਜਿਵੇਂ ਲੋਕਡਾਊਨ ਖੁੱਲ੍ਹਦਾ ਹੈ ਅਸੀਂ ਉਹਨਾਂ ਦੇ ਦਰਦ ਨਾਲ ਤੁਹਾਨੂੰ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ। ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਪਿਆਰ ਸਾਨੂੰ ਫੇਰ ਮਿਲਦਾ ਰਹੇਗਾ। ਜ਼ਰੂਰੀ ਅਪਡੇਟ ਲਈ ਸਾਡੇ ਪੇਜ ਨੂੰ ਅਤੇ YouTube ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।